अज की रात 12 बजे तो बाद अज रात 12 बजे तो बाद ये तो पहाड़ा ये दोनों टोल प्लाजे बंद हो गए। ਅਸੀਂ ਦੇਖ ਰਹੇ ਸੀ ਕਿ ਪਹਿਲਾਂ ਤਾਂ ਟੋਲ ਪਲਾਜ਼ਾ ਟੋਲ ਬੈਰੀਅਰ ਲੱਗੇ ਹੋਏ ਸਨ, ਅੱਜ ਤਾਂ ਇੱਥੇ ਹਾਲਾਤ ਤੇ ਹੋਰ ਬਣੇ ਹੋਏ ਨੇ ਜੀ। ਇਹ ਤਾਂ ਸਾਫ਼ ਹੀ ਕਰਤਾ ਸਰਕਾਰ। 2014 ਦੇ ਵਿੱਚ ਅਸੀਂ ਸਾਰੀਆਂ ਅਵਾਮੀ ਜਥੇਬੰਦੀਆਂ ਨੂੰ ਤੇ ਇੱਥੇ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਨਾਲ ਲੈ ਕੇ ਮੈਂ ਇਹਦਾ ਕਨਵੀਨਰ ਸੀ, ਲਗਾਤਾਰ ਇਹਦੀ ਲੜਾਈ ਲੜੀ ਕਿ ਅਸੀਂ ਟੋਲ ਪਲਾਜ਼ਾ ਲੱਗਣ ਨਹੀਂ ਦੇਣਾ, ਕਿਉਂਕਿ ਨਾ ਲੱਗਣ ਦਾ ਕਾਰਨ ਇਹ ਸੀਗਾ ਪੰਜਾਬ ਸਰਕਾਰ ਧੱਕੇ ਨਾਲ ਟੋਲ ਪਲਾਜ਼ਾ ਲਾ ਰਹੀ ਸੀ, ਨਾ ਕਿ ਇਹ ਟੋਲ ਵਾਲਾ ਰੋਡ ਸੀਗਾ। ਜਦੋਂ ਸਾਡੀਆਂ ਬਾਰ-ਬਾਰ ਮੀਟਿੰਗਾਂ ਹੁੰਦੀਆਂ ਰਹੀਆਂ ਤਾਂ ਸਾਨੂੰ ਇੱਕੋ ਹੀ ਗੱਲ ਕਹਿੰਦੇ ਰਹੇ, ਲਾਸਟ ਪਤਾ ਲੱਗਿਆ ਵੀ ਟੋਲ ਪਲਾਜ਼ਾ ਇਸ ਕਰਕੇ ਲਾ ਰਿਹਾ ਵੀ ਅਸੀਂ ਇੱਕ ਕਿਸ਼ਤ ਮੋੜਨੀ ਆ, ਇਹ ਰੋਡ ਬਣਾਉਣ ਲਈ ਨਹੀਂ ਟੋਲ ਪਲਾਜ਼ਾ ਲਾਇਆ। ਸਾਰੀ ਧੂਰੀ ਦੇ ਲੋਕ, ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਪਹਿਲਾ ਇਮਾਨਦਾਰ ਮੁੱਖ ਮੰਤਰੀ ਆ ਜਿਹਨੇ ਇੱਕ ਲੱਗਿਆ ਹੋਇਆ ਲੋਕਾਂ ਦੀ ਜੇਬਾਂ ਦੇ ਬੋਝ ਪੈਣ ਵਾਲਾ ਇੱਕ ਟੋਲ ਉਹ ਖਤਮ ਕੀਤਾ, ਪਹਿਲਾ ਮੁੱਖ ਮੰਤਰੀ ਆ। ਸਰ ਜੇ ਗੱਲਬਾਤ ਕਰੀਏ ਟੋਲ ਪਲਾਜ਼ੇ ਦੀ, ਇਹ ਟੋਲ ਪਲਾਜ਼ਾ ਤੇ ਬਹੁਤ ਰਾਜਨੀਤੀ ਹੋਈ ਆ। ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਨੇ ਖੰਗੂੜਾ, ਗੋਲਡੀ ਖੰਗੂੜਾ, ਉਹਨਾਂ ਨੇ ਵੀ ਕਿਤੇ ਨਾ ਕਿਤੇ ਆ ਕੇ ਕਿਰਾਂ ਉਹ ਸੜਕ ਚਲਾਈ ਸੀ, ਜਿਹੜੀ ਸਾਈਡ ਤੋਂ ਨਵੀਂ ਸੜਕ ਬਣਾਈ ਵੀ ਮੈਂ ਆਪਣੇ ਪੈਸਿਆਂ ਨਾਲ ਇਹ ਸੜਕ ਬਣਾਈ ਆ ਜੀ। ਜੇ ਗੋਲਡੀ ਦੀ ਗੱਲ ਕੱਲੇ ਦੀ ਛੱਡ ਦਈਏ, ਜੇ ਸਾਰੀ ਕਾਂਗਰਸ ਨੇ ਕੰਮ ਕੀਤੇ ਉਹਦੇ ਤਾਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਹਰਦਾ ਸੀਗਾ, ਸਾਬਕਾ ਮੁੱਖ ਮੰਤਰੀ ਨਹੀਂ ਹਰਦੇ ਤੇ ਸਾਰੇ ਮੰਤਰੀ ਨਹੀਂ ਹਰਦੇ ਸੀ। ਅੱਜ ਹਾਲਾਤ ਕੀ ਹੋਏ ਪਏ ਨੇ। ਪਹਿਲਾਂ ਖਜ਼ਾਨੇ ਦਾ ਮੂੰਹ ਜਿਹੜਾ ਹੁੰਦਾ ਸੀਗਾ ਉਹ ਪੋਲੀਟੀਕਲ ਲੋਕਾਂ ਦੇ ਘਰਾਂ ਵੱਲ ਹੁੰਦਾ ਸੀਗਾ। ਅੱਜ ਖਜ਼ਾਨੇ ਦਾ ਮੂੰਹ ਉਹਨਾਂ ਨੇ ਕਿਹਾ ਸੀਗਾ ਜਦੋਂ ਹਰਾ ਪੈਨ ਮਾਨ ਸਾਹਿਬ ਦੇ ਹੱਥ 'ਚ ਆ ਗਿਆ ਤਾਂ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਹੋਊਗਾ, ਉਹ ਲੋਕਾਂ ਵੱਲ ਅੱਜ ਮੂੰਹ ਹੋਣ ਲੱਗ ਗਿਆ। ਦੇਖਦਾ ਕਿ ਇਹ ਟੋਲ ਪਲਾਜ਼ਾ ਖਤਮ ਕਰਤਾ ਜੀ, ਢਹਿ ਢੇਰੀ ਕਰਤਾ। ਹੁਣ ਸੜਕ ਜਦੋਂ ਟੁੱਟੂਗੀ, ਸੜਕ ਜਦੋਂ ਫੁੱਟੂਗੀ, ਕਿਤੇ ਨਾ ਕਿਤੇ ਇਹਦੀ ਮੇਨਟੇਨ ਕੌਣ ਕਰੂ? ਇਹਨੂੰ ਸਰਕਾਰ ਕਰੂ, ਲੁੱਕ ਸਰਕਾਰ ਕਰੂ। ਕਿਤੇ ਉਹ ਨਾ ਹੋਵੇ ਵੀ ਟੋਲ ਪਲਾਜ਼ਾ ਤਾਂ ਇੱਥੋਂ ਖਤਮ ਹੋ ਗਿਆ ਜੀ, ਇਹਦੇ ਡੂੰਘੇ ਡੂੰਘੇ ਟੋਏ ਪੈ ਗਏ ਜੀ, ਖੱਡੇ ਹੋ ਗਏ, ਇਹਨੂੰ ਕਿਸੇ ਨੇ ਸਵਾਰਿਆ ਹੀ ਨਹੀਂ, ਇਹਨੂੰ ਕਿਸੇ ਨੇ ਕਿਉਂ ਨਹੀਂ ਕੀਤਾ। ਬਹੁਤ ਪੈਸਾ ਸਰਕਾਰ ਕੋਲੇ ਆਉਂਦਾ, ਬਹੁਤ ਟੈਕਸ ਆਉਂਦੇ ਨੇ। ਇਹ ਤਾਂ ਰੋਡ ਖੱਡੇ ਭਰਨ ਦੀ ਲੋੜ ਨਹੀਂ ਪੈਣੀ, ਰੋਡ ਟੁੱਟਣਾ ਹੀ ਨਹੀਂ, ਕਿਉਂਕਿ ਠੇਕੇਦਾਰਾਂ ਨੂੰ ਬਾਉਂਡ ਕਰਾਂਗੇ। ਥੁੱਕ ਨਾ ਪਕੌੜੇ ਜਿਹੜੇ ਪਕਾਉਂਦੇ ਸੀਗੇ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਕਰੀਬਨ 6 ਮਹੀਨੇ ਹੋਏ ਹਨ। ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੂਰਾ ਚੈਲੰਜ ਕਰ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਕਿ ਜਿਹੜੇ ਕੰਮ ਅਸੀਂ 6 ਮਹੀਨਿਆਂ 'ਚ ਕਰਤੇ, ਉਹ ਦੂਜੀਆਂ ਜਿਹੜੀਆਂ ਸਰਕਾਰਾਂ ਵੀ ਆਈਆਂ ਨੇ ਉਹ 4-4 ਸਾਲ ਜਾਂ 4.5 ਸਾਲ ਬਾਅਦ ਸੋਚਦੇ ਨੇ ਜਿਹੜੇ ਅਸੀਂ 6 ਮਹੀਨਿਆਂ ਵਿੱਚ ਕਰਤੇ। ਪਿਛਲੇ ਦਿਨੀ ਪੰਜਾਬ ਦੇ 2 ਟੋਲ ਪਲਾਜ਼ਾ ਬੰਦ ਹੋਏ। ਇੱਕ ਟੋਲ ਪਲਾਜ਼ਾ ਸੰਗਰੂਰ ਤੋਂ ਧੂਰੀ ਟੋਲ ਪਲਾਜ਼ਾ ਜੋ ਪਿੰਡ ਲੱਡੇ ਦੇ ਨਾਲ ਸੀ, ਅਤੇ ਦੂਜਾ ਟੋਲ ਪਲਾਜ਼ਾ ਜੋ ਮਲੇਰਕੋਟਲੇ ਤੋਂ ਲੁਧਿਆਣਾ ਰੋਡ ਤੇ ਅਹਿਮਦਗੜ੍ਹ ਦੇ ਕੋਲ, ਉਹ ਟੋਲ ਪਲਾਜ਼ਾ ਬੰਦ ਹੋਇਆ। ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਪਿਛਲੇ ਦਿਨੀ ਟੋਲ ਪਲਾਜ਼ਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬੰਦ ਕੀਤੇ, ਪਰ ਉਸ ਤੋਂ ਬਾਅਦ ਜਿਹੜਾ ਦ੍ਰਿਸ਼ ਆ ਉਹ ਟੋਲ ਪਲਾਜ਼ਾ ਦਾ ਉਹ ਦਿਖਾਉਂਦੇ ਆ। ਉਸ ਤੋਂ ਬਾਅਦ ਇਹ ਟੋਲ ਪਲਾਜ਼ਾ ਢਹਿ ਢੇਰੀ ਵੀ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ। ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਦੇਖੋ ਇਹ ਟੋਲ ਪਲਾਜ਼ੇ ਵਾਲਾ ਰਸਤਾ, ਜਿੱਥੇ ਟੋਲ ਪਲਾਜ਼ਾ ਦੇ ਕੈਬਨ ਬਣੇ ਹੋਏ ਸੀ ਉੱਥੇ ਹੁਣ ਟੋਏ ਦਿਖ ਰਹੇ ਨੇ, ਕਿਉਂਕਿ ਵੱਡੇ ਵੱਡੇ ਪਹਿਲਾਂ ਡਿਵਾਈਡਰ ਲੱਗੇ ਹੋਏ ਸੀ। ਟੋਲ ਬੈਰੀਅਰ ਜਿੱਥੇ ਬਣੇ ਹੋਏ ਸੀ ਉਹ ਡਿਵਾਈਡਰ ਢਹਿ ਢੇਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਇੱਥੇ ਕਰੇਨਾਂ ਭੇਜੀਆਂ, ਕਰੇਨਾਂ ਭੇਜ ਕੇ ਬਿਲਕੁਲ ਜਿਹੜੀਆਂ ਬਿਲਡਿੰਗਾਂ ਨੇ ਉਹ ਢਾਹ ਦਿੱਤੀਆਂ ਨੇ, ਜਿਹੜੇ ਸ਼ੈੱਡ ਨੇ ਉਹ ਪੱਟ ਦਿੱਤੇ ਹਨ। ਉਹ ਸ਼ੈੱਡ ਪੁੱਟਣ ਤੋਂ ਬਾਅਦ ਹੁਣ ਇੱਥੇ ਲੁੱਕ ਪੈਣੀ ਆ, ਜਾਨੀ ਕਿ ਇੱਥੇ ਲੁੱਕ ਪੈ ਕੇ ਪੂਰਾ ਰੋਡ ਵਧੀਆ ਬਣਾ ਦੇਣਾ। ਪਹਿਲਾਂ ਆਪਾਂ ਦੇਖਦੇ ਸੀ ਕਈ ਟੋਲ ਪਲਾਜ਼ਾ ਬੰਦ ਵੀ ਹੋ ਜਾਂਦੇ ਸਨ, ਪਰ ਕਿਤੇ ਨਾ ਕਿਤੇ ਉਹ ਟੋਲ ਪਲਾਜ਼ਿਆਂ ਤਾਂ ਜਿਹੜਾ ਕੋਈ ਬਿਲਡਿੰਗ ਜਾਂ ਸ਼ੈੱਡ ਉਹ ਕਈ ਸਾਲ ਜਾਂ ਕਈ ਮਹੀਨੇ ਉਵੇਂ ਹੀ ਖੜਾ ਰਹਿੰਦਾ ਸੀ। ਪਰ ਇੱਕ ਵੱਡੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਆ ਕਿ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਨਾਲ ਦੀ ਨਾਲ ਦੂਜੇ ਤੀਜੇ ਦਿਨ ਕਰੇਨਾਂ ਭੇਜੀਆਂ, ਕਰੇਨਾਂ ਭੇਜ ਕੇ ਇਹ ਸਾਰੇ ਟੋਲ ਬੈਰੀਅਰ ਦੀ ਭੰਨ ਤੋੜ ਕਰਕੇ ਪੱਟ ਦਿੱਤੇ ਗਏ ਹਨ ਅਤੇ ਹੁਣ ਇੱਥੇ ਲੁੱਕ ਪੈ ਕੇ ਪੂਰਾ ਸਾਫ਼ ਰੋਡ ਬਣ ਜਾਏਗਾ। ਸੋ ਸਾਡੇ ਨਾਲ ਹਲਕਾ ਧੂਰੀ ਤੋਂ ਸੀਨੀਅਰ ਆਗੂ ਨੇ ਡਾਕਟਰ ਅਨਵਰ ਧੂਰੀ, ਆਮ ਆਦਮੀ ਪਾਰਟੀ ਦੇ ਆਗੂ ਨੇ, ਜੋ ਲਗਾਤਾਰ ਹੁਣ ਪਿੰਡਾਂ 'ਚ ਵੀ ਪਹੁੰਚਦੇ ਨੇ ਅਤੇ ਲੋਕਾਂ ਦੇ ਮਸਲੇ ਵੀ ਸੁਣਦੇ ਨੇ। ਉਹਨਾਂ ਨੇ ਕਿਤੇ ਨਾ ਕਿਤੇ 7 ਸਾਲ ਪਹਿਲਾਂ ਇੱਕ ਲੜਾਈ ਵੀ ਲੜੀ ਸੀ ਕਿ ਟੋਲ ਪਲਾਜ਼ਾ ਨਹੀਂ ਲੱਗਣ ਦੇਣਾ, ਪਰ ਉਸ ਤੋਂ ਬਾਅਦ ਅੱਜ ਸਾਡੇ ਨਾਲ ਮੌਜੂਦ ਨੇ, ਕਰਾਂਗੇ ਗੱਲਬਾਤ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅਸੀਂ ਦੇਖ ਰਹੇ ਸੀ ਕਿ ਪਹਿਲਾਂ ਤਾਂ ਟੋਲ ਪਲਾਜ਼ਾ ਟੋਲ ਬੈਰੀਅਰ ਲੱਗੇ ਹੋਏ ਸਨ, ਅੱਜ ਤਾਂ ਇੱਥੇ ਹਾਲਾਤ ਤੇ ਹੋਰ ਬਣੇ ਹੋਏ ਨੇ ਜੀ। ਇਹ ਤਾਂ ਸਾਫ਼ ਹੀ ਕਰਤਾ ਸਰਕਾਰ ਨੇ। ਦੇਖੋ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰਿਆ ਕਿ 7 ਸਾਲ ਪਹਿਲਾਂ 2014 ਦੇ ਵਿੱਚ ਅਸੀਂ ਇਹਦੀ ਲੜਾਈ ਵਿੱਢੀ ਸੀਗੀ
2014 ਦੇ ਵਿੱਚ ਅਸੀਂ ਸਾਰੀਆਂ ਅਵਾਮੀ ਜਥੇਬੰਦੀਆਂ ਨੂੰ ਤੇ ਇੱਥੇ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਨਾਲ ਲੈ ਕੇ, ਮੈਂ ਇਹਦਾ ਕਨਵੀਨਰ ਸੀ, ਲਗਾਤਾਰ ਇਹਦੀ ਲੜਾਈ ਲੜੀ ਕਿ ਅਸੀਂ ਟੋਲ ਪਲਾਜ਼ਾ ਲੱਗਣ ਨਹੀਂ ਦੇਣਾ। ਕਿਉਂਕਿ ਨਾ ਲੱਗਣ ਦਾ ਕਾਰਨ ਇਹ ਸੀਗਾ, ਪੰਜਾਬ ਸਰਕਾਰ ਧੱਕੇ ਨਾਲ ਟੋਲ ਪਲਾਜ਼ਾ ਲਾ ਰਹੀ ਸੀ, ਨਾ ਕਿ ਇਹ ਟੋਲ ਵਾਲਾ ਰੋਡ ਸੀਗਾ, ਨਾ ਇੱਥੇ ਡਿਵਾਈਡਰ ਲੱਗਿਆ ਹੋਇਆ ਸੀਗਾ। ਜਦੋਂ ਪਿਛਲੇ 1 ਕਿਲੋਮੀਟਰ ਤੇ ਇਹਨਾਂ ਨੇ ਪਹਿਲਾਂ ਟੋਲ ਪਲਾਜ਼ਾ 14 ਦੇ ਵਿੱਚ ਲਾਉਣਾ ਸ਼ੁਰੂ ਕਰਤਾ, ਅਸੀਂ ਇਹਦਾ ਵਿਰੋਧ ਕਰਦੇ ਰਹੇ। ਉਸ ਤੋਂ ਦੌਰਾਨ ਹੀ ਖੰਨਾ ਸਾਹਿਬ ਨੇ ਉਰੋਂ ਧੂਰੀ ਸੀਟ ਤੋਂ ਅਸਤੀਫਾ ਦੇ ਕੇ ਜਿਮਨੀ ਚੋਣ ਹੋਣੀ ਸੀ, ਲੌਂਗੋਵਾਲ ਸਾਹਿਬ ਉਮੀਦਵਾਰ ਬਣ ਗਏ। ਅਸੀਂ ਬਾਦਲ ਸਾਹਿਬ ਨੂੰ ਚੈਲੰਜ ਕਰਤਾ ਵੀ ਪਿੰਡਾਂ 'ਚ ਤੁਹਾਨੂੰ ਵੜਨ ਨਹੀਂ ਦਿੰਦੇ। ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਪਿੰਡਾਂ 'ਚ ਘੇਰ ਘਰਈਆ ਸ਼ੁਰੂ ਕਰ ਲਿਆ। ਸਾਡਾ ਦਬਾਅ ਇੰਨਾ ਵੱਧ ਗਿਆ ਕਿ ਸਰਕਾਰ ਨੂੰ ਪਿਛਲੀ ਜਗ੍ਹਾ ਤੋਂ ਟੋਲ ਪਲਾਜ਼ਾ ਬੰਦ ਕਰਨਾ ਪਿਆ। ਸਾਨੂੰ ਉਹਨਾਂ ਨੇ ਵਿਸ਼ਵਾਸ 'ਚ ਲਿਆ ਵੀ ਟੋਲ ਪਲਾਜ਼ਾ ਨਹੀਂ ਲੱਗੂਗਾ ਤੇ ਉੱਥੋਂ ਟੋਲ ਪਲਾਜ਼ਾ ਚੱਕ ਦਿੱਤਾ ਗਿਆ, ਸਮਾਨ ਜਿਵੇਂ ਅੱਜ ਇੱਥੋਂ ਚੱਕਿਆ ਹੋਇਆ ਲੱਗਿਆ ਹੋਇਆ। ਉਸ ਤੋਂ ਬਾਅਦ ਧੂਰੀ ਦੇ ਲੋਕਾਂ ਨੇ ਖੁੱਲ੍ਹ ਕੇ ਵੋਟਾਂ ਪਾਈਆਂ। ਜਿਮਨੀ ਚੋਣ ਬਾਦਲ ਸਾਹਿਬ ਦੀ ਜਿੱਤਿਆ ਕੇ ਝੋਲੀ 'ਚ ਪਾਤੀ। ਜਿਮਨੀ ਚੋਣ ਜਿੱਤਿਆਉਣ ਦਾ ਮੈਂ ਸਮਝਦਾ ਤੋਹਫਾ ਸਾਡੇ ਲੋਕਾਂ ਨੂੰ ਬਾਦਲ ਸਾਹਿਬ ਨੇ ਟੋਲ ਪਲਾਜ਼ਾ ਦਿੱਤਾ ਸੀਗਾ। ਟੋਲ ਪਲਾਜ਼ਾ ਜਿਹੜਾ 7 ਸਾਲ ਲੋਕਾਂ ਨੇ ਇਹਦਾ ਸੰਤਾਪ ਹੋ ਗਿਆ, 7 ਸਾਲ ਲੋਕਾਂ ਦੇ ਇਹਦਾ ਟੀਕਾ ਲੱਗਦਾ ਰਿਹਾ। ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਜਿਮਨੀ ਚੋਣ ਜਿੱਤ ਚੁੱਕੇ ਸੀ, ਉਸ ਤੋਂ ਬਾਅਦ ਇਹ ਟੋਲ ਪਲਾਜ਼ਾ ਇੱਧਰ ਲਗਾਤਾ। ਬਿਲਕੁਲ, ਇਹ ਟੋਲ ਪਲਾਜ਼ਾ ਇੱਥੋਂ 1 ਕਿਲੋਮੀਟਰ ਅੱਗੇ ਆ ਕੇ ਲਗਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਇੱਥੇ ਬੜੀ ਲੰਮੀ ਰਾਜਨੀਤੀ ਵੀ ਹੋਈ। ਪਿਛਲੇ ਸਾਡੇ ਐਮਐਲਏ ਵੀ ਰਾਜਨੀਤੀ ਕਰਦੇ ਰਹੇ, ਇਸ ਤੇ ਰੋਟੀਆਂ ਸੇਕਦੇ ਰਹੇ, ਮੈਂ ਸੜਕ ਬਣਾਤੀ, ਉਹ ਕੁਛ ਕਰਿਆ। ਤੇ ਅਸੀਂ ਜਦੋਂ ਇਹਦੀ ਲੜਾਈ ਲੜਦੇ ਤੇ ਸਾਨੂੰ ਪੁਲਿਸ ਬਹੁਤ ਪਰੇਸ਼ਾਨ ਕਰਦੀ ਰਹੀ, ਫੜ ਕੇ ਲਿਜਾਂਦੀ ਰਹੀ, ਸ਼ੇਰਪੁਰ ਥਾਣੇ ਲੈ ਕੇ ਜਿਹਦੇ ਲਾਸਟ ਦਿਨ ਲਾਇਆ। ਅਸੀਂ ਇਹਦਾ ਵਿਰੋਧ ਕਰਦੇ ਸੀਗੇ, ਵਿਰੋਧ ਕਰਨ ਦੇ ਬਾਵਜੂਦ ਸਾਨੂੰ ਬੱਸਾਂ ਲਿਆ ਕੇ ਉਰੋਂ ਫੜ ਕੇ ਸਾਨੂੰ ਥਾਣੇ ਸ਼ੇਰਪੁਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਿ ਤੁਸੀਂ ਧੱਕਾ ਕਰਦੇ ਹੋ, ਟੋਲ ਪਲਾਜ਼ਾ ਸਰਕਾਰ ਲਾਊ। ਅਸੀਂ ਕਹਿੰਦੇ ਵੀ ਟੋਲ ਪਲਾਜ਼ਾ ਲਾ ਕਿਸ ਕਰਕੇ ਰਹੇ ਹੋ ਤੁਸੀਂ? ਜਦੋਂ ਸਾਡੀਆਂ ਬਾਰ-ਬਾਰ ਮੀਟਿੰਗਾਂ ਹੁੰਦੀਆਂ ਰਹੀਆਂ ਤਾਂ ਸਾਨੂੰ ਇੱਕੋ ਹੀ ਗੱਲ ਕਹਿੰਦੇ ਰਹੇ। ਲਾਸਟ ਪਤਾ ਲੱਗਿਆ ਵੀ ਟੋਲ ਪਲਾਜ਼ਾ ਇਸ ਕਰਕੇ ਲਾ ਰਿਹਾ ਵੀ ਅਸੀਂ ਇੱਕ ਕਿਸ਼ਤ ਮੋੜਨੀ ਆ। ਇਹ ਰੋਡ ਬਣਾਉਣ ਲਈ ਨਹੀਂ ਟੋਲ ਪਲਾਜ਼ਾ ਲਾਇਆ। ਪਿਛਲੀ ਸਰਕਾਰਾਂ ਨੇ ਸਾਡਾ ਨੁਕਸਾਨ ਪੰਜਾਬ ਦਾ ਕਿਵੇਂ ਕਰਿਆ, ਉਹ ਲੋਨ ਹੋਰ ਕੰਮ ਲਈ ਲੈਂਦੇ ਸੀਗੇ, ਵਰਤਦੇ ਹੋਰ ਕੰਮ ਲਈ ਸੀਗੇ। ਇਸ ਲਈ ਸਾਡਾ ਪੰਜਾਬ ਦਾ ਨੁਕਸਾਨ ਹੁੰਦਾ ਰਿਹਾ। ਪਹਿਲੀ ਸਰਕਾਰ ਆ ਇਮਾਨਦਾਰ ਸਰਕਾਰ ਮਾਨ ਸਾਹਿਬ ਦੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਥਾਂ 'ਤੇ ਕੰਮ ਗਿਣੇ ਪਏ ਆ, ਉਂਗਲਾਂ 'ਤੇ, ਵੀ ਕੀ ਪ੍ਰੋਬਲਮਾਂ ਨੇ ਪੰਜਾਬ ਦੀਆਂ। ਜਦੋਂ ਸਰਕਾਰ ਬਣਨ ਤੋਂ ਬਾਅਦ ਅੱਜ 16 ਤਰੀਕ ਨੂੰ 6 ਮਹੀਨੇ ਹੋਣੇ ਸਰਕਾਰ ਬਣੀ ਨੂੰ, ਕਿੱਡੇ ਵੱਡੇ ਫੈਸਲੇ ਲਏ ਨੇ ਸਰਕਾਰ ਨੇ। ਇੱਕ ਐਮਐਲਏ ਇੱਕ ਪੈਨਸ਼ਨ ਦਾ, ਸਿਹਤ ਸੇਵਾਵਾਂ ਦਾ ਕਿੱਡਾ ਵੱਡਾ ਜਿਹੜਾ ਪ੍ਰੋਜੈਕਟ ਆ, ਜਿਹੜੇ ਸਰਕਾਰਾਂ ਲਾਸਟ 4.5 ਸਾਲ ਬਾਅਦ ਕੰਮ ਕਰਦੀਆਂ ਨੇ, ਉਹ ਸਰਕਾਰ ਨੇ 3 ਮਹੀਨਿਆਂ ਬਾਅਦ ਗਣਤੰਤਰ ਦਿਵਸ ਦੇ ਉੱਪਰ 25 ਮੁਹੱਲਾ ਕਲੀਨਿਕਾਂ ਦੇਤੀਆਂ। 75 ਮੁਹੱਲਾ ਕਲੀਨਿਕਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਕਿ ਸਿਹਤ ਹੈਲਥ 'ਤੇ ਅਸੀਂ ਕੰਮ ਕਰਨਾ। ਅੱਜ ਸਕੂਲਾਂ ਦਾ ਲੈਵਲ ਕਿੰਨਾ ਉੱਚਾ ਚੱਕਿਆ ਜਾ ਰਿਹਾ ਹੈਗਾ। ਪਹਿਲੀ ਸਰਕਾਰ ਸੀ, ਜੇ ਕੋਈ ਹੋਰ ਐਮਐਲਏ ਹੁੰਦਾ, ਹੋਰ ਸਰਕਾਰ ਦਾ ਕੋਈ ਮੰਤਰੀ ਹੁੰਦਾ ਤਾਂ ਉਹਨਾਂ ਦੇ ਮਾਮੇ ਚਾਚਿਆਂ ਦੇ ਮੁੰਡਿਆਂ ਨੇ ਹਿੱਸਾ ਪਾ ਲੈਣਾ ਸੀਗਾ। ਔਰ ਜੇ ਕੋਈ ਹੋਰ ਐਮਐਲਏ ਹੁੰਦਾ, ਵੱਡੀ ਗਿਣਤੀ ਦੇ ਵਿੱਚ ਹਿੱਸਾ ਪਾ ਕੇ ਇਹਦਾ ਸਮਾਂ ਵਧਾ ਕੇ ਇਹਨਾਂ ਨੂੰ ਕਹਿੰਦੇ ਵੀ ਲੁੱਟੀ ਜਾਓ। ਜਿਹੜਾ 15-20 ਲੱਖ ਰੁਪਇਆ ਤੁਸੀਂ ਸਰਕਾਰ ਨੂੰ ਦੇਣਾ, 10-15 ਲੱਖ ਸਾਡੇ ਘਰਾਂ ਦੇ ਵਿੱਚ ਆਉਣ ਲੱਗ ਜੂ। ਪਹਿਲੀ ਸਰਕਾਰ ਆ ਇਮਾਨਦਾਰ ਜੀ ਨੇ ਇੱਕ ਦਿਨ ਘੰਟਾ ਵੀ ਨਹੀਂ ਲੰਘਣ ਦਿੱਤਾ ਪੰਜਾਬ ਦੇ। ਜਾਨੀ ਕਿ ਜੇ ਕੋਈ ਸਰਕਾਰ ਹੋਰ ਹੁੰਦੀ, ਤੁਹਾਨੂੰ ਕੀ ਲੱਗਦਾ ਵੀ ਇਹ ਟੋਲ ਪਲਾਜ਼ਾ ਸਾਰੀ ਉਮਰ ਨਹੀਂ ਉੱਠਣਾ ਸੀ ਇੱਥੋਂ? 100% ਪੰਜਾਬ ਦੇ ਐਸੇ ਟੋਲ ਪਲਾਜ਼ੇ ਨੇ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿੱਦੇ ਟੋਲ ਪਲਾਜ਼ਾ ਚੱਕਿਆ, ਸਾਰੀ ਧੂਰੀ ਦੇ ਲੋਕ, ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਪਹਿਲਾ ਇਮਾਨਦਾਰ ਮੁੱਖ ਮੰਤਰੀ ਆ ਜਿਹਨੇ ਇੱਕ ਲੱਗਿਆ ਹੋਇਆ ਲੋਕਾਂ ਦੀ ਜੇਬਾਂ ਦੇ ਬੋਝ ਪੈਣ ਵਾਲਾ ਇੱਕ ਟੋਲ ਉਹ ਖਤਮ ਕੀਤਾ। ਪਹਿਲਾ ਮੁੱਖ ਮੰਤਰੀ ਆ। ਜਦੋਂ ਇਹਨਾਂ ਨੇ ਕਿਹਾ ਵੀ 2 ਦਿਨ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਨੀ ਆ ਚੰਡੀਗੜ੍ਹ ਵਿਖੇ, ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੰਸ ਕਰੀ। ਹਾਲਾਂਕਿ ਕਹਿਣਾ ਇਹ ਬਣਦਾ ਸੀਗਾ ਵੀ ਬੜੀ ਯਾਰ ਵੱਡਾ ਉਪਰਾਲਾ ਕਰਿਆ ਮੁੱਖ ਮੰਤਰੀ ਸਾਹਿਬ, ਜੇ ਇਮਾਨਦਾਰ ਸੀ ਤਾਂ ਟੋਲ ਪਲਾਜ਼ਾ ਚੱਕਿਆ ਗਿਆ। ਵੀ ਜੇ ਸਾਡੇ ਵਾਲਾ ਮਹਿਕਮਾ ਹੁੰਦਾ ਪਹਿਲਾਂ ਵਾਲਾ, ਪਹਿਲੀ ਗੱਲ ਤਾਂ ਉਹ ਮਹਿਲਾਂ 'ਚੋਂ ਨਹੀਂ ਨਿਕਲਦੇ ਤੇ, ਜੇ ਸਾਡੇ ਵਾਲਾ ਮਹਿਕਮਾ ਹੁੰਦਾ ਤਾਂ ਇਹਨਾਂ ਨੇ ਹਿੱਸਾ ਪਾ ਲੈਣਾ ਸੀਗਾ। ਪੰਜਾਬ ਦੇ ਵਿੱਚ ਅਨੇਕਾਂ ਟੋਲ ਪਲਾਜ਼ੇ ਨੇ, ਉਹ ਖੁਦ ਆਪ ਐਮਐਲਏ ਸਾਹਿਬ ਮੰਨ ਕੇ ਗਏ ਨੇ ਵੀ ਜਿਹੜੇ 9 ਸਾਲ ਤੋਂ ਲਾਡੋਵਾਲ ਦਾ ਟੋਲ ਪਲਾਜ਼ਾ ਕਹਿੰਦੇ ਤੇ ਵੀ 9 ਸਾਲ ਤੋਂ ਲਾ ਕੇ ਉਹਦਾ ਸਮਾਂ ਖਤਮ ਹੋਇਆ ਪਿਆ, ਅੱਜ ਤੱਕ ਕਹਿੰਦੇ ਪੂਰਾ ਨਹੀਂ ਹੋਇਆ। ਇਹ ਲੋਕ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਪਰਮਾਤਮਾ ਐਸੀ ਵਿਧੀ ਬਣਾਊਗਾ ਵੀ ਆਮ ਘਰਾਂ ਦੇ ਮੁੰਡੇ ਐਮਐਲਏ ਬਣਨਗੇ, ਆਮ ਘਰਾਂ ਦੇ ਮੁੰਡੇ ਮੰਤਰੀ ਬਣਨਗੇ, ਫਿਰ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਹੱਲ ਹੋਣੇ ਆ। ਅੱਜ ਪੰਜਾਬ ਦੇ ਵਿੱਚ ਇਹ ਲੋਕ ਮਹਿਸੂਸ ਕਰਦੇ ਵੀ ਸਾਡੀ ਸਰਕਾਰ ਤਾਂ ਹੁਣ ਬਣੀ ਆ 70 ਸਾਲ ਬਾਅਦ। ਠੀਕ ਹੈ ਡਾਕਟਰ ਸਾਹਿਬ, ਜੇ ਗੱਲਬਾਤ ਕਰੀਏ ਟੋਲ ਪਲਾਜ਼ੇ ਦੀ, ਇਹ ਟੋਲ ਪਲਾਜ਼ੇ ਤੇ ਬਹੁਤ ਰਾਜਨੀਤੀ ਹੋਈ ਆ। ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਨੇ ਖੰਗੂੜਾ, ਗੋਲਡੀ ਖੰਗੂੜਾ, ਉਹਨਾਂ ਨੇ ਵੀ ਕਿਤੇ ਨਾ ਕਿਤੇ ਆ ਕੇ ਕੇਰਾਂ ਉਹ ਸੜਕ ਚਲਾਈ ਸੀ, ਜਿਹੜੀ ਸਾਈਡ ਤੋਂ ਨਵੀਂ ਸੜਕ ਬਣਾਈ ਵੀ ਮੈਂ ਆਪਣੇ ਪੈਸਿਆਂ ਨਾਲ ਇਹ ਸੜਕ ਬਣਾਈ ਆ ਜੀ, ਲੋਕਾਂ ਨੂੰ ਸਹੂਲਤ ਦੇਣੀ ਆ। ਵੀ ਅਸਲ ਤਾਂ ਅਸੀਂ ਲੋਕਾਂ ਵਾਸਤੇ ਸਹੀ ਕੀਤਾ ਸੀ ਕਿ ਹੁਣ ਤਾਂ ਰੋਟੀਆਂ ਸੇਕਣ ਦੀ ਗੱਲ ਆ ਜੀ। ਮੁੱਖ ਮੰਤਰੀ ਭਗਵੰਤ ਮਾਨ ਆਏ, ਗੋਲਡੀ ਖੰਗੂੜਾ ਨੇ ਵੀ ਇਹ ਗੱਲ ਕਹੀ
ਸ਼੍ਰੋਮਣੀ ਅਕਾਲੀ ਦਲ ਆਗੂ ਵੀ ਘੇਰ ਰਹੇ ਸੀ ਮੁੱਖ ਮੰਤਰੀ ਨੂੰ ਕਿ ਉਹ ਤਾਂ ਹੋਣਾ ਹੀ ਸੀ ਬੰਦ, ਇਹ ਤਾਂ ਉਹੀ ਰੋਟੀਆਂ ਸੇਕਣ ਦਾ ਕੰਮ ਆ, ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ, ਇਹ ਕਿਹਾ ਗਿਆ ਉਸ ਦਿਨ। ਦੇਖੋ ਇਹ ਸਾਰੇ ਲੋਕ ਸਮਝਦੇ ਨੇ ਪੰਜਾਬ ਦੇ ਵੀ ਗੁੰਮਰਾਹ ਕੌਣ ਕਰਦਾ ਸੀਗਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਸੀਗੀਆਂ, ਚੋਣਾਂ ਦੌਰਾਨ ਗੋਲਡੀ ਸਾਹਿਬ ਇਹ ਕਹਿੰਦੇ ਹੁੰਦੇ ਮੈਂ ਧੂਰੀ ਦਾ ਪੁੱਤ ਹਾਂ। ਉਹ ਧੂਰੀ ਦਾ ਪੁੱਤ ਹਾਂ ਜਿਹਨੇ, ਮੈਂ ਧੂਰੀ ਦੇ ਪੁੱਤ ਨੇ ਟੋਲ ਪਲਾਜ਼ੇ ਤੋਂ ਲੋਕਾਂ ਨੂੰ ਰਾਹਤ ਦਵਾਈ। ਉਹ ਧੂਰੀ ਦਾ ਪੁੱਤ ਹਾਂ ਜਿਹਨੇ ਧੂਰੀ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੇ। ਸਾਰੇ ਧੂਰੀ ਦੇ ਲੋਕ ਜਾਣਦੇ ਸੀ ਕਿਹੜਾ ਪੁੱਤ ਆ, ਕੌਣ ਕੀ ਆ ਬਗਾਨਾ। ਕਿਉਂਕਿ ਜੇ ਧੂਰੀ ਦੇ ਵਿੱਚ ਕੰਮ ਕਰੇ ਹੁੰਦੇ ਤਾਂ ਆਹ ਹਾਲਾਤ ਨਹੀਂ ਹੁੰਦੇ। ਤੇ ਜੇ ਗੋਲਡੀ ਦੀ ਗੱਲ ਕੱਲੇ ਦੀ ਛੱਡ ਦਈਏ, ਜੇ ਸਾਰੀ ਕਾਂਗਰਸ ਨੇ ਕੰਮ ਕੀਤੇ ਹੁੰਦੇ ਤਾਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਹਰਦਾ ਸੀਗਾ, ਸਾਬਕਾ ਮੁੱਖ ਮੰਤਰੀ ਨਹੀਂ ਹਰਦੇ, ਤੇ ਸਾਰੇ ਮੰਤਰੀ ਨਹੀਂ ਹਰਦੇ ਸੀ। ਅੱਜ ਹਾਲਾਤ ਕੀ ਹੋਏ ਪਏ ਨੇ। ਅੱਜ ਜਦੋਂ ਅੰਦਰ ਜਾ ਰਹੇ ਨੇ, ਚੋਰ ਬਜ਼ਾਰੀ ਕਰੀ ਹੋਈ ਆ। ਜਿਹੜਾ ਇੱਕ ਸਧਾਰਨ ਘਰ ਦਾ MLA ਮੁੰਡਾ ਬਣ ਕੇ ਜਿਹਦੇ ਕੋਲ 5-7 ਕਿੱਲੇ ਜ਼ਮੀਨ ਹੋਵੇ, ਉਹ ਕਰੋੜਾਂ ਰੁਪਈਆ ਇਕੱਠਾ ਕਰ ਜਾਣ MLA ਮੰਤਰੀ, ਤਾਂ ਪੰਜਾਬ ਯਾਰ ਕਿਵੇਂ ਬਚੂਗਾ। ਸਾਡਾ ਪੰਜਾਬ ਤਾਂ ਇਹ ਮੁੱਠੀ ਭਰ ਲੋਕਾਂ ਨੇ ਨੋਚ ਕੇ ਖਾ ਲਿਆ, ਔਰ ਵਾਰੀ ਆਈ ਆ ਹੁਣ ਆਮ ਲੋਕਾਂ ਦੀ। ਆਮ ਲੋਕਾਂ ਨੇ ਜਿਹੜਾ ਇਹਨਾਂ ਨੇ ਨੋਚ ਕੇ ਖਾਧਾ ਹੋਇਆ ਸਾਰਾ ਕਢਾ ਕੇ ਉਹ ਜਨਤਾ ਕੋਲੇ ਲੈ ਕੇ ਆਉਣਾ, ਜਨਤਾ ਦੇ ਕਚਹਿਰੀ 'ਚ ਲਿਆ ਕੇ ਉਹ ਲੋਕ ਨੰਗੇ ਕਰਨੇ ਆ। ਲੋਕਾਂ ਨੂੰ ਦੱਸਣਾ ਵੀ ਆਹ ਪੰਜਾਬ ਦੇ ਲੋਕਾਂ ਨੇ ਬੇੜਾ ਕਰਨ ਵਾਲੇ, ਆਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦਾ ਘਾਣ ਕਰਿਆ। ਬਿਲਕੁਲ ਡਾਕਟਰ ਸਾਹਿਬ, ਪਰ ਜੇ ਗੱਲਬਾਤ ਕਰੀਏ ਜਿਹੜੇ ਰਾਜਨੀਤਿਕ ਆਗੂ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਦੂਜੀਆਂ, ਉਹ ਇਹ ਗੱਲ ਕਹਿ ਰਹੇ ਨੇ ਕਿ ਬਦਲਾਅ ਹੋਇਆ ਜੀ ਇਸ ਵਾਰ ਲੋਕਾਂ ਨੇ ਨੁਮਾਇੰਦੇ ਨਹੀਂ ਦੇਖੇ, ਜਿਹੜੇ ਮਤਲਬ ਲੀਡਰ ਖੜੇ ਹੋਏ ਸੀ ਚੋਣਾਂ ਲੜੇ ਤੇ ਉਹ ਨਹੀਂ ਦੇਖੇ ਵੀ ਇੱਕ ਬਦਲਾਅ ਸੀ ਜੀ, ਅਸੀਂ ਨਹੀਂ ਹਾਰੇ, ਬਦਲਾਅ ਲਿਆਂਦਾ ਲੋਕਾਂ ਨੇ, ਇਹ ਵੀ ਗੱਲ ਕਹੀ ਜਾਂਦੀ ਹੈ। ਬਿਲਕੁਲ ਉਹ ਬਦਲਾਅ ਲੋਕਾਂ ਨੂੰ ਦਿਖ ਰਿਹਾ। ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਆਮ ਲੋਕਾਂ ਦੀ ਸਰਕਾਰ ਬਣੀ, ਪਹਿਲਾਂ ਖਜ਼ਾਨੇ ਦਾ ਮੂੰਹ ਜਿਹੜਾ ਹੁੰਦਾ ਸੀਗਾ ਉਹ ਪੋਲੀਟੀਕਲ ਲੋਕਾਂ ਦੇ ਘਰਾਂ ਵੱਲ ਹੁੰਦਾ ਸੀਗਾ। ਅੱਜ ਖਜ਼ਾਨੇ ਦਾ ਮੂੰਹ ਉਹਨਾਂ ਨੇ ਕਿਹਾ ਸੀਗਾ ਜਦੋਂ ਹਰਾ ਪੈਨ ਮਾਨ ਸਾਹਿਬ ਦੇ ਹੱਥ 'ਚ ਆ ਗਿਆ ਤਾਂ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਹੋਊਗਾ। ਉਹ ਲੋਕਾਂ ਵੱਲ ਅੱਜ ਮੂੰਹ ਹੋਣ ਲੱਗ ਗਿਆ, ਕਿਉਂਕਿ ਜੇ ਇਹ ਟੋਲ ਪਲਾਜ਼ਾ ਚੱਕਿਆ ਤਾਂ ਲੋਕਾਂ ਵੱਲ, ਲੋਕਾਂ ਨੂੰ ਫਾਇਦਾ ਹੋਣ ਲੱਗਾ। ਗੱਡੀਆਂ ਲੰਘ ਰਹੀਆਂ ਨੇ ਜਿਨ੍ਹਾਂ ਦਾ 100-100 ਰੁਪਈਆ ਬਚ ਰਿਹਾ, ਕਿਉਂਕਿ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਹੋਣਾ ਸ਼ੁਰੂ ਹੋਇਆ। ਅੱਜ ਇਹ ਮੁਹੱਲਾ ਕਲੀਨਿਕ ਦਿੱਤੇ ਨੇ, ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇ ਰਿਹਾ, ਜਾਂ ਲੋਕਾਂ ਨੂੰ ਇੱਥੇ ਦਾ ਜਿਹੜਾ ਸਕੂਲਾਂ ਦਾ ਲੈਵਲ ਉੱਚਾ ਚੱਕ ਰਿਹਾ, ਲੁੱਟ ਤੋਂ ਬਚਾ ਰਿਹਾ। ਲੁੱਟ ਦਾ ਅੱਡਾ ਕੋਈ ਵੀ ਹੋਇਆ ਜਿੱਥੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੋਊਗਾ ਤਾਂ ਮਾਨ ਸਾਹਿਬ ਦੀ ਸਰਕਾਰ ਉਹਨੂੰ ਬਖਸ਼ੂਗੀ ਨਹੀਂ, ਚਾਹੇ ਕੋਈ ਵੀ ਹੋਵੇ। ਜਿਹੜੀ ਉਹ ਸਰਕਾਰ ਪਹਿਲੀ ਸਰਕਾਰ ਆ ਜਿਹਨੇ ਰਿਕਾਰਡ ਕਾਇਮ ਕੀਤਾ, ਜਿਹਨੇ ਆਪਣਾ ਮੰਤਰੀ ਸਟਾਰਟਿੰਗ ਦੇ ਵਿੱਚ ਹੀ ਟੰਗਤਾ ਵੀ ਬਿਲਕੁਲ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਊਗਾ। ਜੇ ਕੋਈ ਅੱਜ ਵੀ ਸਾਡਾ ਕੋਈ ਮੰਤਰੀ ਆ, ਚਾਹੇ ਕੋਈ MLA ਆ, ਚਾਹੇ ਕੋਈ ਸਾਡਾ ਲੀਡਰ ਆ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਉਹ ਸਰਕਾਰ ਆ ਜਿਹੜੀ ਪੂਰੀ ਆਵਾਜ਼ ਅੱਖ ਦੇ ਨਾਲ ਕੱਲੇ ਬੰਦੇ ਨੂੰ ਵਾਚ ਰਹੀ ਆ, ਔਰ ਕੱਲੇ ਨੂੰ ਵਾਚ ਕੇ ਲੋਕਾਂ ਨੂੰ ਰਾਹਤਾਂ ਜਿਹੜੀਆਂ ਦੇਣੀਆਂ ਉਹ ਦੇ ਰਹੀ ਆ। ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਚੇਅਰਮੈਨੀਆਂ ਦੇਣੀਆਂ ਸ਼ੁਰੂ ਕਰੀਆਂ ਨੇ। ਕਦੇ ਦੇਖਿਆ ਸੀ ਤੁਸੀਂ ਸਰਕਾਰ ਲੋਕ ਟੈਚੀਆਂ ਲੈ ਕੇ ਮੈਂਬਰ ਬਣਦੇ ਸੀ। ਆਮ ਘਰਾਂ ਦੇ ਮੁੰਡੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਗੰਨੇ ਦੇ ਵਿੱਚ ਕੰਮ ਕਰ ਰਿਹਾ, ਕੋਈ ਝੋਨਾ ਲਾ ਰਿਹਾ, ਕੋਈ ਝੋਨੇ ਦੀ ਉੱਥੇ ਸਰਕਿਆ ਕਰ ਰਿਹਾ ਦਵਾਈ ਦਾ, ਤਾਂ ਉਹਨਾਂ ਨੂੰ ਫੋਨ ਆਉਂਦਾ ਵੀ ਤੁਹਾਨੂੰ ਪੰਜਾਬ ਦਾ ਚੇਅਰਮੈਨ ਲਾਤਾ। ਇਹ ਆਮ ਘਰਾਂ ਦੇ ਮੁੰਡੇ ਤਾਂ ਲੱਗਣ ਲੱਗਿਆ ਜੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਆ ਔਰ ਇਮਾਨਦਾਰ ਆ। ਉਹ ਇਮਾਨਦਾਰੀ ਆ, ਕੁੱਟ ਕੇ ਇਮਾਨਦਾਰੀ ਭਰੀ ਹੋਈ ਆ। ਵਿਸ਼ਵਾਸ ਕਰਿਓ ਸਾਰੇ ਪੰਜਾਬ ਵਾਲਿਓ ਕਿ ਤੁਹਾਨੂੰ ਇੱਕ ਐਸਾ ਪਰਮਾਤਮਾ ਨੇ ਮੁੱਖ ਮੰਤਰੀ ਦੇਤਾ, ਹੁਣ ਪੰਜਾਬ ਸੱਚੀ ਮੁੱਚੀ ਲੀਹ ਤੇ ਚੜ ਜਾਣਾ। ਬਿਲਕੁਲ, ਪਰ ਡਾਕਟਰ ਸਾਹਿਬ ਇੱਕ ਸਵਾਲ ਵੀ ਪੈਦਾ ਹੁੰਦਾ, ਇੱਕ ਦੇਖਦਾ ਕਿ ਇਹ ਟੋਲ ਪਲਾਜ਼ਾ ਖਤਮ ਕਰਤਾ ਜੀ, ਢਹਿ ਢੇਰੀ ਕਰਤਾ, ਹੁਣ ਸੜਕ ਜਦੋਂ ਟੁੱਟੂਗੀ, ਸੜਕ ਜਦੋਂ ਫੁੱਟੂਗੀ, ਕਿਤੇ ਨਾ ਕਿਤੇ ਇਹਦੀ ਮੇਨਟੇਨ ਕੌਣ ਕਰੂ? ਇਹਨੂੰ ਸਰਕਾਰ ਕਰੂ, ਲੁੱਕ ਸਰਕਾਰ ਭਰੂ। ਕਿਤੇ ਉਹ ਨਾ ਹੋਵੇ ਵੀ ਟੋਲ ਪਲਾਜ਼ਾ ਤਾਂ ਇੱਥੋਂ ਖਤਮ ਹੋ ਗਿਆ ਜੀ, ਇਹਦੇ ਡੂੰਘੇ ਟੋਏ ਪੈ ਗਏ ਜੀ, ਖੱਡੇ ਹੋ ਗਏ, ਇਹਨੂੰ ਕਿਸੇ ਨੇ ਸਵਾਰਿਆ ਹੀ ਨਹੀਂ, ਇਹਨੂੰ ਕਿਸੇ ਨੇ ਕਿਉਂ ਨਹੀਂ ਕੀਤਾ? ਬਹੁਤ ਪੈਸਾ ਸਰਕਾਰ ਕੋਲੇ ਆਉਂਦਾ, ਬਹੁਤ ਟੈਕਸ ਆਉਂਦੇ ਨੇ। ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ, ਟੈਕਸਾਂ ਦੇ ਵਿੱਚ ਹਿੱਸਾ ਪਾ ਲੈਂਦੇ ਸੀ ਇਹ ਪੋਲੀਟੀਕਲ ਲੋਕ। ਉਹ ਪੈਸਾ ਜਦੋਂ ਖਜ਼ਾਨੇ 'ਚ ਇਕੱਠਾ ਹੋਣਾ, ਇਹ ਤਾਂ ਰੋਡ ਖੱਡੇ ਭਰਨ ਦੀ ਲੋੜ ਨਹੀਂ ਪੈਣੀ, ਰੋਡ ਟੁੱਟਣਾ ਹੀ ਨਹੀਂ, ਕਿਉਂਕਿ ਠੇਕੇਦਾਰਾਂ ਨੂੰ ਬਾਉਂਡ ਕਰਾਂਗੇ। ਥੁੱਕ ਨਾ ਪਕੌੜੇ ਜਿਹੜੇ ਪਕਾਉਂਦੇ ਸੀਗੇ। ਸਿਸਟਮ ਕੀ ਸੀਗਾ ਉੱਥੇ? ਹਿੱਸੇਦਾਰੀਆਂ ਫਿਰ ਮੰਤਰੀਆਂ ਦੇ ਆਉਂਦੀਆਂ ਤੀਆਂ। PWD ਦਾ ਮਿਨਿਸਟਰ ਠੇਕੇਦਾਰਾਂ ਨਾਲ ਤਾਲਮੇਲ ਕਰਕੇ ਉੱਥੇ ਕਹਿੰਦੇ ਕੋਈ ਮਟੀਰੀਅਲ ਮਾੜਾ ਪਾਓ, ਚੰਗਾ ਪਾਓ, ਸਾਡਾ ਹਿੱਸਾ ਇੰਨਾ % ਹੋਣਾ ਚਾਹੀਦਾ। ਜਦੋਂ ਹਿੱਸੇਦਾਰੀਆਂ ਖਤਮ ਹੋ ਗਈਆਂ, ਇੱਕ ਵਾਰੀ ਰੋਡ ਬਣ ਗਿਆ ਤਾਂ 10-10 ਸਾਲ ਰੋਡ ਨਹੀਂ ਟੁੱਟਦੇ। ਤੁਸੀਂ ਆਪਣਾ ਮਕਾਨ ਬਣਾਉਂਦੇ ਹੋ, ਆਪਾਂ ਆਪਣਾ ਮਕਾਨ ਬਣਾ ਕੇ ਸਾਡੇ ਪੋਤੇ ਪੜੋਤੇ ਜਾ ਕੇ ਢਾਉਂਦੇ ਨੇ ਮਕਾਨ ਨੂੰ, ਪਰ ਜਦੋਂ ਸਰਕਾਰੀ ਬਿਲਡਿੰਗਾਂ ਅਸੀਂ ਦੇਖਦੇ ਹਾਂ, ਧੂਰੀ ਦਾ ਤੁਸੀਂ SCM ਦਫ਼ਤਰ ਜਾ ਕੇ ਦੇਖੋ, 10 ਸਾਲ ਬਣੇ ਨੂੰ ਹੋਏ ਨੇ, ਅੱਜ ਉਹ ਬਿਲਡਿੰਗ ਖਰਾਬ ਹੋ ਰਹੀ ਆ। ਕਾਰਨ ਕੀ ਆ? ਉੱਥੇ ਜਿਹੜਾ ਠੇਕੇਦਾਰ ਸਿਸਟਮ ਨਾਲ ਠੇਕੇਦਾਰੀ ਨਾਲ ਬਣਾਇਆ, ਜਿਹੜੇ MLA ਜਿਹੜੇ ਮੰਤਰੀ ਉਹ ਹਿੱਸਾ ਪਾ ਕੇ ਕੰਮ ਕਰਾਉਂਦੇ ਆ, ਪੂਰਾ ਮਟੀਰੀਅਲ ਨਹੀਂ ਲਵਾਉਂਦੇ।
ਇੱਕ ਜਦੋਂ ਇਮਾਨਦਾਰ ਸਰਕਾਰ ਹੋਊ 1 ਵੀ ਰੁਪਈਆ ਕਿਸੇ ਪਾਸੇ ਨਹੀਂ ਜਾਊਗਾ। ਯਾਨੀ ਕਿ ਟੋਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਵੀ ਸਰਕਾਰ ਟੈਕਸਾਂ ਨਾਲੇ ਜਿਵੇਂ 6% ਟੈਕਸ ਜਦੋਂ ਨਵੀਂ ਗੱਡੀ ਲੈਣੀ ਹੈ ਜੀ ਆਪਾਂ ਨੇ 8% ਟੈਕਸ, ਮੋਟਰਸਾਈਕਲ ਖਰੀਦਣਾ ਉਦੋਂ ਟੈਕਸ, ਵੀ ਉਹ ਟੈਕਸਾਂ ਨਾਲ ਕੰਮ ਹੋਣਾ ਸਹੀ ਤਰੀਕੇ। ਬਿਲਕੁਲ ਬਿਲਕੁਲ ਕੋਈ ਟੋਲ ਲਾਉਣ ਦੀ ਲੋੜ ਨਹੀਂ ਪੈਣੀ। ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਹੋਰ ਵੀ ਟੋਲ ਚੱਕੇ ਜਾਣਗੇ, ਕੋਈ ਟੈਕਸ ਲਾਉਣ ਦੀ ਲੋੜ ਨਹੀਂ ਪੈਣੀ। ਸੋਸ਼ਲ ਮੀਡੀਆ ਤੇ ਲਿਸਟ ਵੀ ਆ ਰਹੀ ਆ ਕਿ 2023 ਤੱਕ ਆ ਟੋਲ ਜੀ ਆਉਣ ਵਾਲੇ ਸਮੇਂ 'ਚ ਜਾਨੀ ਕਿ 24 ਤੱਕ ਤਕਰੀਬਨ 10-12 ਟੋਲ ਪਲਾਜ਼ਾ ਹੋਰ ਖਤਮ ਹੋ ਜਾਣੇ ਨੇ। ਬਿਲਕੁਲ 100% ਮਾਨ ਸਾਹਿਬ ਨੇ ਜਿੰਨੇ ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੋਈ ਆ ਬਿਲਕੁਲ ਉਹ ਚੱਕੇ ਜਾਣੇ ਆ। ਪਹਿਲਾ ਮੁੱਖ ਮੰਤਰੀ ਆ ਜਿਹੜੇ ਪਹਿਲਾਂ ਅਸੀਂ ਮੁੱਖ ਮੰਤਰੀ ਚੁਣਦੇ ਤੇ ਉਹ ਤਾਂ ਮਹਿਲਾਂ ਚੋਂ ਨਹੀਂ ਨਿਕਲਦੇ ਤੇ। ਅੱਜ ਸਾਡੇ ਸੀਐਮ ਸਾਹਿਬ ਕੱਲ੍ਹ ਦੇ ਜਰਮਨ ਗਏ ਹੋਏ ਨੇ। ਉਹਨਾਂ ਨੂੰ ਫਿਕਰ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਰੁਜ਼ਗਾਰ ਕਿਵੇਂ ਪੈਦਾ ਕਰਕੇ ਦੇਣਾ, ਪੰਜਾਬ ਦੇ ਲੋਕਾਂ ਨੂੰ ਅਸੀਂ ਜਿਹੜੇ ਚੁੱਲ੍ਹੇ ਨੇ ਉਹਨਾਂ ਦੀ ਅੱਗ ਕਿਵੇਂ ਜਲਾਉਣੀ ਆ। ਉਹ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ। ਜਰਮਨ ਗਏ ਹੋਏ ਨੇ, ਉੱਥੋਂ ਇੰਡਸਟਰੀ ਲੈ ਕੇ ਆਉਣਗੇ, ਲੋਕਾਂ ਨੂੰ ਰੁਜ਼ਗਾਰ ਦਿਵਾਉਣਗੇ। ਉੱਥੇ ਦਾ ਪੈਸਾ ਜਦੋਂ ਉਰੇ ਆ ਕੇ ਯੂਜ਼ ਹੋਣਾ ਤਾਂ ਸਾਡੇ ਆਟੋਮੈਟਿਕ ਹੀ ਖਜ਼ਾਨੇ ਦੇ ਵਿੱਚ ਵੀ ਵਾਧਾ ਹੋਣਾ। ਆਟੋਮੈਟਿਕ ਜਿਹੜਾ ਸਾਡੀ ਸਰਕਾਰ ਆ ਉਹਦੀ ਗਰੋਥ ਅਪ ਹੋਣੀ ਆ। ਬਿਲਕੁਲ ਇਮਾਨਦਾਰ ਸਰਕਾਰ ਆ ਔਰ ਐਸੀ ਸਰਕਾਰ ਨਾ ਬਣੀਆਂ ਨਾ ਬਣਨੀ ਆ। ਬਿਲਕੁਲ ਸੋਸ਼ਲ ਮੀਡੀਆ ਤੇ ਵੈਸੇ ਮੈਸੇਜ ਇਹ ਵੀ ਆ ਰਹੇ ਨੇ ਕਿ ਜਦੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੁੰਦੇ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ, ਉਹ ਵੀ ਬਹੁਤ ਵਾਰੀ ਵਿਦੇਸ਼ਾਂ 'ਚ ਗਏ ਨੇ ਕਿ ਇੰਡਸਟਰੀ ਲੈ ਕੇ ਆਵਾਂਗੇ। ਕਦੇ ਬੰਬੇ ਵੀ ਜਾਂਦੇ ਸੀ ਕਿ ਵੱਡੀਆਂ ਟਾਟਾ ਦੀਆਂ ਕੰਪਨੀਆਂ ਆਉਣਗੀਆਂ ਜੀ, ਹੋਰ ਆਉਣਗੀਆਂ, ਇੰਡਸਟਰੀ ਲਾਵਾਂਗੇ। ਪਰ ਜਿਹੜੇ ਦਾਅਵੇ ਹੁੰਦੇ ਤੇ ਉਹ ਖੋਖਲੇ ਨਿਕਲਦੇ ਤੇ ਜਾਏ ਆਉਂਦੇ ਤੇ ਪੰਜਾਬ ਦੇ ਖਜ਼ਾਨੇ ਦਾ ਖਰਚਾ ਤਾਂ ਬਹੁਤ ਕਰੇ ਆਉਂਦੇ ਪਰ ਉਹਦੇ ਰਿਜ਼ਲਟ ਨਹੀਂ ਮਿਲਦੇ ਸੀ। ਅਨਵਰ ਜੀ ਕੀ ਲੱਗਦਾ ਹੁਣ ਉਹ ਰਿਜ਼ਲਟ ਮਿਲਣਗੇ? ਬਿਲਕੁਲ 100% ਮਿਲਣਗੇ ਜੀ। ਉਹ ਕੀ ਕਰਨ ਜਾਂਦੇ ਸੀਗੇ? ਕਿਸੇ ਬੰਦੇ ਨੇ ਫੈਕਟਰੀ ਲਾਉਣੀ ਆ, ਉਹ ਬੰਦਾ ਕਹਿ ਸੀਗਾ ਮੈਂ ਉਰੇ ਤੁਹਾਡੇ 50 ਕਿੱਲੇ ਜ਼ਮੀਨ ਦੇ ਲੈ ਕੇ ਇੱਕ ਪਲਾਂਟ ਲਾ ਰਿਹਾ, ਉਹਦੇ ਵਿੱਚ ਆਹ ਪ੍ਰੋਜੈਕਟ ਮੈਂ ਲਾਊਂਗਾ, ਆਹ ਕੁਛ ਤਿਆਰ ਹੋਊਗਾ। ਸਰਕਾਰ ਵਾਲੇ ਇੱਕੋ ਹੀ ਗੱਲ ਕਹਿੰਦੇ ਸਾਨੂੰ ਨਹੀਂ ਪਤਾ ਕੀ ਤਿਆਰ ਹੋਣਾ, ਸਾਡਾ ਦੱਸੋ ਤੁਸੀਂ ਕਿੰਨੇ % ਸ਼ੇਅਰ ਰੱਖਦੇ ਹੋ। ਉੱਥੇ ਸ਼ੇਅਰ ਰੱਖਣ ਲਈ ਜਾਂਦੇ ਸੀਗੇ ਪਰ ਸਾਡੇ ਮੁੱਖ ਮੰਤਰੀ ਇਹ ਕੰਮ ਕਰ ਲਈ ਗਏ ਨੇ ਵੀ ਤੁਸੀਂ ਪਲਾਂਟ ਲਾਓ, ਤੁਹਾਨੂੰ ਸਰਕਾਰ ਫੈਸਿਲਿਟੀਆਂ ਦੇਊਗੀ ਹੋਰ ਜਿਹੜੀਆਂ ਬਣਦੀਆਂ ਨੇ। ਤੁਸੀਂ ਸਾਡੇ ਮੁੰਡੇ ਦੱਸੋ ਕਿੰਨੇ ਰੱਖੋਗੇ। ਤੁਸੀਂ ਜੇ ਹਜ਼ਾਰ ਮੁੰਡਾ ਰੱਖਣ ਦੀ ਤੁਹਾਡੀ ਕੰਪੈਸਿਟੀ ਆ ਤਾਂ ਤੁਸੀਂ 1500 ਦੀ ਕਰੋ, ਸਾਤੋਂ ਬੋਲੋ ਕੀ ਲੈਣਾ। ਜਿਹੜੀ ਸਰਕਾਰ ਇੱਕ ਇਮਾਨਦਾਰ ਹੋਊਗੀ, ਜਦੋਂ ਇੰਡਸਟਰੀ ਵਾਲਿਆਂ ਨੂੰ ਉਹ ਮਾਹੌਲ ਮਿਲੂਗਾ ਸਰਕਾਰ ਦਾ। ਸਟਾਰਟਿੰਗ ਦੇ ਵਿੱਚ ਲੋਕ ਬਾਹਰਲੇ ਵਿਦੇਸ਼ਾਂ ਵਾਲੇ ਸੋਚਣ ਲੱਗੇ ਵੀ ਅਸੀਂ ਪੰਜਾਬ ਦੇ ਵਿੱਚ ਇੰਡਸਟਰੀ ਲਾਈਏ ਜਾ ਕੇ। ਪਿਛਲੀਆਂ ਸਰਕਾਰਾਂ ਦੌਰਾਨ ਕਿਉਂ ਨਹੀਂ ਲੱਗੇ? ਇਹਨਾਂ ਨੇ ਇੱਕ ਹਊਆ ਪੈਦਾ ਕਰਿਆ ਹੋਇਆ ਸੀਗਾ ਇੱਥੇ ਹਾਲਾਤ ਖਰਾਬ ਕਰਨ ਦਾ, ਇੱਥੇ ਸਰਕਾਰਾਂ ਦਾ ਦਬਾਅ ਦਾ। ਪਹਿਲਾਂ ਇਹ ਵੀ ਆਉਂਦਾ ਰਿਹਾ ਕਿ ਪਿਛਲੀ ਸਰਕਾਰ ਦੌਰਾਨ ਤਾਂ ਇਹ ਵੀ ਹੁੰਦਾ ਰਿਹਾ, ਬੜੇ ਲੀਡਰਾਂ ਦਾ ਨਾਂ ਆਉਂਦਾ ਰਿਹਾ ਵੀ ਜੇ ਕੋਈ ਢਾਬਾ ਚੱਲਦਾ ਉੱਥੇ ਹਿੱਸਾ ਪੈ ਜਾਊਗਾ, ਜੇ ਕੋਈ ਫੈਕਟਰੀ ਚੱਲਦੀ ਉੱਥੇ ਹਿੱਸਾ ਪੈ ਜਾਊਗਾ। ਇਹ ਹਿੱਸੇਦਾਰੀਆਂ ਸਾਰੀਆਂ ਬੰਦ ਕਰਤੀਆਂ। ਆਮ ਘਰਾਂ ਦੇ ਮੁੰਡੇ ਬਣ ਗਏ ਹੁਣ MLA, ਆਮ ਘਰਾਂ ਦੇ ਮੁੰਡੇ ਬਣਿਆ ਮੰਤਰੀ। ਬਿਲਕੁਲ ਕੋਈ ਹਿੱਸੇਦਾਰੀ ਨਹੀਂ ਪਾਊਗਾ, ਕੋਈ ਕਿਸੇ ਨਾਲ ਗਾਣ-ਸਾਣ ਨਹੀਂ ਕਰੂਗਾ। ਇਸ ਲਈ ਜੋ ਵਾਅਦਾ ਕਰਿਆ ਪੰਜਾਬ ਦੇ ਲੋਕਾਂ ਨਾਲ, ਕੱਲਾ ਵਾਅਦਾ ਪੰਜਾਬ ਦੇ ਲੋਕਾਂ ਦਾ ਪੂਰਾ ਕਰਕੇ ਤਾਂ ਲੋਕਾਂ ਨੂੰ ਜਾ ਕੇ ਸੱਥਾਂ ਦੇ ਵਿੱਚ ਜਾਵਾਂਗੇ। ਪਹਿਲਾਂ ਵਾਅਦਾ ਕਰਿਆ ਸੀਗਾ ਵੀ ਇੱਕ ਵਾਰੀ ਮੌਕਾ ਦੇ ਦਿਓ, ਅਗਲੀ ਵਾਰੀ ਮੌਕਾ ਲੋਕਾਂ ਨੇ ਦੇਣਾ ਆਪਣੇ ਆਪ। ਵੀ ਤੁਸੀਂ ਕੰਮ ਕਰੇ ਨੇ, ਕੰਮ ਕਰਕੇ ਤੁਸੀਂ ਲੋਕਾਂ ਵਿੱਚ ਜਾ ਰਹੇ ਹੋ, ਫਿਰ ਇਹ ਕਹਿਣ ਦੀ ਲੋੜ ਨਹੀਂ ਵੀ ਸਾਨੂੰ ਮੌਕਾ ਦੇ ਦਿਓ। ਫਿਰ ਲੋਕਾਂ ਨੇ ਮੌਕਾ ਦੇਣਾ ਜਿਵੇਂ ਦਿੱਲੀ ਦੇ ਵਿੱਚ ਦਿੱਤਾ ਹੋਇਆ, ਕਿਉਂਕਿ ਦਿੱਲੀ ਦੇ ਸਾਡੇ ਲੀਡਰ ਇਮਾਨਦਾਰ ਨੇ। ਦਿੱਲੀ ਦੇ ਵਿੱਚ ਸਰਕਾਰ ਤੀਸਰੀ ਵਾਰੀ ਬਣੀ ਆ, ਉਹ ਐਵੇਂ ਨਹੀਂ ਬਣ ਗਈ। ਉੱਥੇ ਸਾਰੇ ਦੇਸ਼ ਦੀ ਤਾਕਤ ਲੱਗੀ ਹੋਈ ਆ, ਪਰ ਦਿੱਲੀ ਦਾ ਮਾਡਲ ਲੋਕਾਂ ਨੇ ਐਕਸੈਪਟ ਕਰਿਆ, ਲੋਕ ਉਹਨੂੰ ਮੰਨ ਰਹੇ ਨੇ ਔਰ ਇਹ ਮਾਡਲ ਪੂਰੇ ਹਿੰਦੁਸਤਾਨ 'ਚ ਲਾਗੂ ਹੋਊਗਾ। ਪੰਜਾਬ 'ਚ ਸ਼ੁਰੂ ਹੋ ਗਿਆ। ਪੰਜਾਬ ਫੁੱਲ ਫਲੈਸ਼ ਸਰਕਾਰ ਆ ਸਾਡੀ, ਪੂਰੀਆਂ ਪਾਵਰਾਂ ਨੇ। ਇੱਥੇ ਸਾਰਾ ਕੱਲਾ ਵਾਅਦਾ ਪੂਰਾ ਕਰਕੇ ਪੰਜਾਬ ਦੇ ਲੋਕਾਂ ਦਾ, ਇੱਥੇ ਜਿਹੜੇ ਵਾਅਦੇ ਕਰੇ ਉਹਨਾਂ ਨੂੰ ਪੂਰੇ ਕਰਕੇ ਪੂਰੇ ਹਿੰਦੁਸਤਾਨ 'ਚ ਲੈ ਜਾਵਾਂਗੇ। ਬਹੁਤ ਜਲਦੀ ਦੇਸ਼ ਦੇ ਪ੍ਰਾਈਮ ਮਿਨਿਸਟਰ ਕੇਜਰੀਵਾਲ ਸਾਹਿਬ ਹੋਣਗੇ, ਕਿਉਂਕਿ ਪੰਜਾਬ ਨਹੀਂ ਹਿੰਦੁਸਤਾਨ ਦੇ ਲੋਕ ਮਹਿਸੂਸ ਕਰ ਰਹੇ ਨੇ ਜੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਵਾਂਗੇ ਸੈਂਟਰ ਦੇ ਵਿੱਚ ਤਾਂ ਸਾਡਾ ਹਿੰਦੁਸਤਾਨ ਬਚੂਗਾ। ਨਹੀਂ ਇਹ ਪਾਰਟੀਆਂ ਨੇ ਦੇਸ਼ ਨੂੰ ਤੋੜ ਦੇਣਾ, ਇਹਨਾਂ ਪਾਰਟੀਆਂ ਨੇ ਸਾਡੇ ਦੇਸ਼ ਦਾ ਘਾਣ ਕਰਕੇ ਰੱਖ ਦੇਣਾ। ਦੇਸ਼ ਇੱਕੋ ਹੀ ਗੱਲ ਨਾਲ ਬਚਣਾ, ਆਮ ਆਦਮੀ ਪਾਰਟੀ ਦੀ ਸੈਂਟਰ ਸਰਕਾਰ ਲੈ ਕੇ ਆਉਣੀ ਪੈਣੀ ਹੈ। ਬਿਲਕੁਲ ਡਾਕਟਰ ਸਾਹਿਬ, ਟੋਲ ਤਾਂ ਪੁੱਟਤਾ ਜੀ, ਸ਼ੈੱਡ ਪੱਟਤੇ, ਸਭ ਕੁਝ ਪੱਟਦਾ, ਪਰ ਹੁਣ ਵੀ ਕਿਤੇ ਨਾ ਕਿਤੇ ਜੇ ਦੇਖੀਏ ਰਾਤ ਨੂੰ ਐਕਸੀਡੈਂਟ ਹੋ ਸਕਦੇ ਨੇ। ਇੱਥੇ ਲੁੱਕ ਲੱਕ ਪੈ ਜੂ ਜਲਦੀ ਕਿਵੇਂ ਆ? ਕਿਉਂਕਿ ਪੱਟਣ ਤੋਂ ਬਾਅਦ ਹਜੇ ਤੱਕ ਦੁਬਾਰਾ ਨਹੀਂ ਕੋਈ ਮਤਲਬ ਇੱਥੇ ਮਟੀਰੀਅਲ ਪਾਉਣ ਵਾਲਾ ਜਾਂ ਸਿਸਟਮ ਆਇਆ, ਜਲਦੀ ਪੈ ਜਾਣਾ ਇਹ? ਬਿਲਕੁਲ ਬਹੁਤ ਜਲਦੀ ਪਊਗਾ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਬਹੁਤ ਵੱਡੀ ਦੇਖੋ ਬਿਲਡਿੰਗ ਬਣਾਈ ਤੀ ਟੋਲ ਪਲਾਜ਼ੇ ਨੇ। ਉਹ ਬਿਲਡਿੰਗ ਬਣਾਉਣ ਦਾ ਇੱਕੋ ਹੀ ਕਾਰਨ ਸੀ, ਪਿਛਲੀਆਂ ਸਰਕਾਰਾਂ 'ਚ ਇਹ ਪਤਾ ਹੁੰਦਾ ਸੀਗਾ ਵੀ ਇੱਕ ਵਾਰੀ ਟੋਲ ਪਲਾਜ਼ਾ ਲਾ ਲਿਆ ਸਾਰੀ ਉਮਰ ਨਹੀਂ ਚੱਕਣਾ। ਤੁਸੀਂ ਜਾ ਕੇ ਦੇਖਿਓ ਪੂਰੀ ਆਲੀਸ਼ਾਨ ਬਿਲਡਿੰਗ ਬਣਾਈ ਹੋਈ ਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਲੰਮਾ ਸਮਾਂ ਅਸੀਂ ਇੱਥੇ ਲੋਕਾਂ ਨੂੰ, ਪੰਜਾਬ ਦੇ ਨੂੰ ਲੁੱਟਣਾ। ਇਹ ਲੋਕ ਕੀ ਕਰਦੇ ਤੇ ਹਰਿਆਣੇ ਵਾਲਿਆਂ ਦੇ ਲੀਡਰਾਂ ਦੇ ਰਿਸ਼ਤੇਦਾਰ ਪੰਜਾਬ 'ਚ ਆ ਕੇ ਟੋਲ ਲਾ ਲੈਂਦੇ, ਪੰਜਾਬ ਵਾਲਿਆਂ ਦੇ ਜਾ ਕੇ ਹਰਿਆਣੇ 'ਚ ਲਾ ਲੈਂਦੇ, ਇੱਕ ਦੂਜੇ ਨਾਲ ਸਾਂਝ-ਗਾਂਢ ਕਰੀ ਹੋਈ ਆ। ਆਹ ਬਿਲਡਿੰਗਾਂ ਜਾ ਕੇ ਦੇਖ ਲਿਓ, ਜੇ ਪਤਾ ਹੁੰਦਾ ਵੀ 7 ਸਾਲ ਅਸੀਂ ਰਹਿਣਾ ਤਾਂ ਆਰਜੀ ਇੱਥੇ ਕੈਬਨ ਬਣਾਉਂਦੇ, ਆਰਜੀ ਲੋਕਾਂ ਨੂੰ ਰਹਿਣ ਦਾ ਇੰਤਜ਼ਾਮ ਕਰਦੇ, ਤਾਂ ਇੱਦਾਂ ਦੀਆਂ ਬਿਲਡਿੰਗਾਂ ਨਹੀਂ ਬਣਾਉਂਦੇ। ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਆਊਗੀ ਤਾਂ ਆ ਕੇ ਸਾਡੇ ਗਲ ਫੜੂ, ਨੱਥ ਪਾਊ ਸਾਡੇ। ਇਹ ਨੱਥ ਪਾਈ ਆ, ਤੇ ਨਹੀਂ ਜੇ ਕੋਈ ਹੋਰ ਹੁੰਦਾ ਤਾਂ ਨੱਥ ਨਹੀਂ ਪੈਣੀ ਤੀ। ਇਹ ਤਾਂ ਟੋਲ ਪਲਾਜ਼ਾ ਸਾਰੀ ਉਮਰ ਲਈ ਲਾਇਆ ਸੀਗਾ, ਇੱਦਾਂ ਹੀ ਲੱਗਿਆ ਰਹਿਣਾ ਸੀ।
ਇਹਨਾਂ ਨੂੰ ਤਾਂ ਇਹ ਸੀਗਾ ਸਾਡਾ ਕੰਟਰੈਕਟ ਵੱਧ ਜਾਣਾ, ਜਿਵੇਂ ਪਿਛਲੀਆਂ ਸਰਕਾਰਾਂ 'ਚ ਹੁੰਦਾ। ਕੰਟਰੈਕਟ ਵਧਾਉਣ ਵੇਲੇ ਕੀ ਹੁੰਦਾ, ਜਿਹੜਾ ਮੌਜੂਦਾ MLA ਉਹ ਹਿੱਸਾ ਪਾ ਲੈਂਦਾ। ਉਹਨੇ ਕਹਿਣਾ ਸੀਗਾ 10-20 ਲੱਖ ਰੁਪਏ ਜਿਹੜਾ ਸਰਕਾਰ ਨੂੰ ਦੇਣਾ ਉਹ ਦੇਈ ਜਾਓ, ਜਿਹੜਾ ਸਾਡਾ ਹਿੱਸਾ ਬਣਦਾ ਸਾਡੇ ਘਰੇ ਪਹੁੰਚਾਈ ਜਾਓ। ਹੁਣ ਇਹਨਾਂ ਦੇ ਉਹ ਮਹਿੰਗਾ ਪੈ ਗਿਆ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦਾ ਜਿਹੜਾ ਰੰਗ ਆ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗਾ। ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੰਗ ਚੜ੍ਹਿਆ। ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ 92 MLA ਜਿੱਤਿਆ ਕੇ ਆਮ ਆਦਮੀ ਪਾਰਟੀ ਝੋਲੀ 'ਚ ਪਾਏ ਨੇ। ਔਰ 92 MLA ਇਹ ਸੋਚ ਕੇ ਲੋਕਾਂ ਨੇ ਬਣਾਏ ਨੇ ਕਿ ਅਸੀਂ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਹਰਾ ਪੈਨਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੇ ਕੇ ਉਹਨਾਂ ਤੋਂ ਫੈਸਲੇ ਕਰਾਉਣੇ। ਔਰ ਲੋਕ ਉਹ ਮਹਿਸੂਸ ਕਰਦੇ ਨੇ ਔਰ ਉਹਨਾਂ ਨੇ ਕਰਨੇ ਇਹ ਫੈਸਲੇ ਸ਼ੁਰੂ ਕਰਤੇ। ਬਿਲਕੁਲ ਜੀ। ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਪੂਰੇ ਪੰਜਾਬ ਦੇ ਜਿਹੜੇ ਆਗੂ ਨੇ, ਆਪ ਆਗੂ ਨੇ, ਉਹ ਖੁਸ਼ੀ 'ਚ ਨੇ ਕਿ ਸਾਡੀ ਸਰਕਾਰ ਵਧੀਆ ਚੱਲ ਰਹੀ ਆ। ਕਿਉਂਕਿ ਟੋਲ ਪਲਾਜ਼ਾ ਦੀ ਉਹ ਗੱਲ ਕਰਦੇ ਆ, ਇਹ ਟੋਲ ਪਲਾਜ਼ਾ ਦਾ ਪਹਿਲਾਂ ਤਾਂ ਇੱਥੇ ਪੱਟਣਾ ਸ਼ੁਰੂ ਕੀਤਾ, ਸ਼ੈੱਡ ਤੋੜੇ, ਜਾਣੀ ਕਿ ਜਿਹੜਾ ਵੀ ਟੋਲ ਪਲਾਜ਼ਾ ਸੀ ਉਹਨੂੰ ਪੂਰੀ ਤਰ੍ਹਾਂ ਖਤਮ ਕਰਤਾ ਅਤੇ ਹੁਣ ਇੱਥੇ ਲੁੱਕ ਪੈਣੀ ਆ। ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਹ ਵੀ ਕਹਿਣਾ ਕਿ ਜੇਕਰ ਸਰਕਾਰਾਂ ਦੂਜੀਆਂ ਹੁੰਦੀਆਂ, ਸ਼੍ਰੋਮਣੀ ਅਕਾਲੀ ਦਲ ਹੁੰਦੀ, ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ, ਤਾਂ ਇਹ ਟੋਲ ਪਲਾਜ਼ਾ ਨਹੀਂ ਬੰਦ ਹੋਣੇ ਸੀ, ਇਹ ਐਕਸਟੈਂਡ ਹੁੰਦੇ, ਇਹਨਾਂ ਦਾ ਸਮਾਂ ਵਧਾਇਆ ਜਾਂਦਾ। ਪਰ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਆ ਜਿਹਨੇ ਸਮਾਂ ਸੀਮਾ ਪੂਰੀ ਹੋਣ ਤੇ ਟੋਲ ਪਲਾਜ਼ੇ ਖਤਮ ਕਰਤੇ। 2023 ਵਿੱਚ ਹੋਰ ਟੋਲ ਪਲਾਜ਼ੇ ਖਤਮ ਹੋਣੇ ਨੇ, ਜਾਣੀ ਕਿ 2024 ਤੱਕ ਤਕਰੀਬਨ ਪੰਜਾਬ ਦੇ 10 ਟੋਲ ਪਲਾਜ਼ਾ ਖਤਮ ਹੋ ਜਾਣਗੇ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਟੋਲ ਪਲਾਜ਼ਾ ਨਹੀਂ, ਪੰਜਾਬ ਸਰਕਾਰ ਹੀ ਸੜਕਾਂ ਦੀ ਮੁਰੰਮਤ ਕਰੇਗੀ। ਕਿਉਂਕਿ ਜਿੰਨੇ ਟੈਕਸ ਗੱਡੀਆਂ ਦੇ ਨੇ, ਲੋਕ ਗੱਡੀਆਂ ਦੇ ਟੈਕਸ ਨੇ, ਉਸ ਦੇ ਆਧਾਰ ਤੇ ਹੀ ਕੰਮ ਹੋਣਗੇ। ਸੋ ਧੂਰੀ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ। ਐਵੇਂ ਜਿਵੇਂ ਹੀ ਅਹਿਮਦਗੜ੍ਹ ਟੋਲ ਪਲਾਜ਼ਾ, ਉੱਥੇ ਵੀ ਪੂਰੇ ਸ਼ੈੱਡ ਪੁੱਟ ਦਿੱਤੇ ਗਏ ਹਨ, ਜਿਹੜੇ ਜੋ ਵੀ ਡਿਵਾਈਡਰ ਨੇ ਉਹ ਤੋੜ ਦਿੱਤੇ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਲੁੱਕ ਪਾ ਦਿੱਤੀ ਜਾਵੇਗੀ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।